Hello students, myself Manika Mankhand, lecturer physics, Government Senior Secondary School Lang, Patiala। बेटा आज एक गल तुहाडे नाल सांझी करना चाहुंदी हां। किसी बच्चे ने मैनूं पुछया कि मैम तुसीं इन्ने सारे बच्चों नूं एजुकेशन प्रोवाइड करा रहे हो इस लॉकडाउन च, तुहानूं की मिलदा है इहदे नाल? हाँ बेटा मैं उसनूं उस टाइम जवाब नहीं दिता। हुण तुहानूं दस रही हां एक टीचर नूं की मिलदा हुंदा बेटा सैटिस्फैक्शन। ठीक है, बहुत वड्डी चीज़ है। तुसीं वड्डे हो जाओगे ना फिर तुहानूं समझ आएगी सैटिस्फैक्शन की हुंदी है ना, वही मिलदी है बेटे। मैनूं बहुत अच्छा लगता है क्योंकि मेरे ना फादर मैनूं हमेशा कहंदे हुंदे सी कि मनिका जिहड़ा दुनिया 'च सब तो वड्डा दान है वो विद्या दा दान है। मतलब कदी मौका मिले ਤਾਂ ਇਹਨੂੰ ਛੱਡਣਾ ਨਹੀਂ ਹੈ ਨਾ। ਵਿਦਿਆ ਦਾਨ ਜੇ ਤੁਸੀਂ ਕਰ ਦਿੱਤਾ, ਤੁਸੀਂ ਕਿਸੇ ਨੂੰ ਐਸੀ ਚੀਜ਼ ਦੇ ਦਿੱਤੀ ਜਿਹੜੀ ਜ਼ਿੰਦਗੀ 'ਚ ਕਦੀ ਉਹਦੇ ਨਾਲੋਂ ਅਲੱਗ ਨਹੀਂ ਹੋਏਗੀ। ਪੈਸਾ ਵੀ ਕੋਈ ਖੋ ਸਕਦਾ ਹੈ, ਗਹਿਣੇ ਵੀ ਖੋ ਸਕਦਾ ਹੈ। ਇਹ ਜਿਹੜਾ ਧਨ ਹੈ ਨਾ, ਇਹ ਵਿਦਿਆ ਦਾ ਧਨ, ਇਹ ਕੋਈ ਨਹੀਂ ਖੋ ਸਕਦਾ ਬੇਟੇ। ਸੋ ਇਹੀ ਮੇਰੀ ਕੋਸ਼ਿਸ਼ ਹੈ ਕਿ ਮੈਂ ਮੇਰੇ ਬੱਚਿਆਂ ਨੂੰ ਕੁਝ ਐਸਾ ਦੇਵਾਂ ਕਿ ਸਾਰੀ ਉਮਰ ਉਹਨਾਂ ਦੇ ਨਾਲ ਰਹੇ ਤੇ ਉਹ ਬੱਚੇ ਜਿਹੜੇ ਨੇ ਆਪਣੀ ਜ਼ਿੰਦਗੀ 'ਚ ਬਹੁਤ ਸਾਰੀ ਕਾਮਯਾਬੀ ਹਾਸਿਲ ਕਰਨ। ठीक है बेटे, उम्मीद है कि ਜਿਹੜੇ ਬੱਚੇ ਨੇ ਪੁੱਛਿਆ ਸੀ ਆਨਸਰ ਉਹਨੂੰ ਮਿਲ ਗਿਆ ਹੋਏਗਾ, ਹੈ ਨਾ। ਤੇ ਮੈਂ ਬੇਟਾ ਆਪਣਾ ਚੈਨਲ ਵੀ ਰਾਜੇ ਮੈਂ ਆਪਣੇ ਫਾਦਰ ਦੇ ਨਾਮ ਤੇ ਹੀ ਖੋਲਿਆ ਹੋਇਆ ਹੈ। ਤੁਸੀਂ ਜੇ ਇਹਦਾ ਲੋਗੋ ਦੇਖੋਗੇ ਤਾਂ ਤੁਸੀਂ VJ ਸਾਈਨ ਹੋਏਗਾ ਉੱਤੇ, VJ ਟਿਊਟੋਰੀਅਲ। ਮੇਰੇ ਫਾਦਰ ਦਾ ਨਾਮ ਵਿਜੇ ਕੁਮਾਰ ਸੀ। ਮੈਂ ਮਤਲਬ ਬਹੁਤ ਉਹਨਾਂ ਦੇ ਨਾਲ ਅਟੈਚਡ ਸੀ, ਬਹੁਤ ਕੁਝ ਉਹਨਾਂ ਨੇ ਮੈਨੂੰ ਸਿਖਾਇਆ ਤੇ ਮੈਂ ਉਸੇ ਨਕਸ਼ੇ ਕਦਮ ਤੇ ਚੱਲ ਰਹੀ ਹਾਂ ਤੇ ਬੱਚਿਆਂ ਨੂੰ ਨੌਲੇਜ ਦੇਣ ਦੀ ਕੋਸ਼ਿਸ਼ ਕਰ ਰਹੀ ਹਾਂ। ਠੀਕ ਹੈ, ਅੱਜ ਮੇਰੇ ਫਾਦਰ ਨਹੀਂ ਹਨ ਲੇਕਿਨ ਜਿੱਥੇ ਵੀ ਹੋਣਗੇ ਮੈਨੂੰ ਪਤਾ ਹੈ ਬਹੁਤ ਖੁਸ਼ ਹੋਣਗੇ, ਹੈ ਨਾ ਬੇਟਾ। ਤੇ ਚਲੋ ਅਸੀਂ ਅੱਜ ਦਾ ਥਾਟ ਹੁਣ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਰਾਜੇ। ਥਾਟ ਹੈ ਬਿਕੋਜ਼ ਆਫ ਟੂਡੇ ਟੁਮਾਰੋ ਵਿਲ ਬੀ ਬੈਟਰ। ਅੱਜ ਦੀ ਬਦੌਲਤ ਹੀ ਤੁਹਾਡਾ ਕੱਲ ਜਿਹੜਾ ਹੈ ਬਹੁਤ ਅੱਛਾ ਹੋਏਗਾ, ਲੇਕਿਨ ਅੱਜ ਜਿਹੜਾ ਹੈ ਉਹ ਤੁਹਾਨੂੰ ਖਰਚ ਕਰਨਾ ਪਏਗਾ, ਹੈ ਨਾ। ਅੱਜ ਵਾਲਾ ਟਾਈਮ ਤੁਹਾਨੂੰ ਕਿਸੇ ਨਾ ਕਿਸੇ ਲੇਖੇ ਲਗਾਉਣਾ ਪਏਗਾ ਤਾਂ ਤੁਹਾਡਾ ਕੱਲ ਜਿਹੜਾ ਹੈ ਉਹ ਬੈਟਰ ਹੋਏਗਾ ਬੇਟਾ। ਸੋ ਸਾਰੇ ਬੱਚਿਆਂ ਨੇ ਤੁਸੀਂ ਕੀ ਕਰਨਾ ਹੈ, ਤੁਸੀਂ ਅੱਜ ਮਿਹਨਤ ਕਰਨੀ ਹੈ ਤਾਂ ਦੇਖਿਓ ਤੁਹਾਡਾ ਫਿਊਚਰ ਜਿਹੜਾ ਹੈ ਕਿੰਨਾ ਬ੍ਰਾਈਟ ਹੋਏਗਾ। ਇਸ ਦੇ ਨਾਲ ਹੀ ਮੈਂ ਆਪਣਾ ਟੌਪਿਕ ਸ਼ੁਰੂ ਕਰਨ ਜਾ ਰਹੀ ਹਾਂ ਬੇਟਾ। ਟੈਲੀਸਕੋਪ ਬੇਟੇ ਸਾਡੇ ਕੋਲ ਦੋ ਤਰ੍ਹਾਂ ਦੇ ਨੇ। ਓਕੇ, ਅਸੀਂ ਜਿਹੜਾ ਸਾਡੇ ਸਿਲੇਬਸ 'ਚ ਹੈ ਉਹ ਅਸੀਂ ਸਿਰਫ ਕਰਨੇ ਆ ਜਿਹੜੇ ਐਸਟ੍ਰੋਨੋਮਿਕਲ ਟੈਲੀਸਕੋਪ। ठीक है, टैरेस्ट्रीयल टैलीस्कोप साढ़े सिलेबस नहीं, असी नहीं करांगे। एस्ट्रोनोमिकल दियां भी अगे टू टाइप्स है, एक है रिफ्रैक्टिंग टाइप टैलीस्कोप, दूसरा है रिफ्लैक्टिंग टाइप टैलीस्कोप। हुण जिहड़ा रिफ्लैक्टिंग टाइप है ना बेटा, ये भी बहुत थोड़ा जिहा पोर्शन है जिहड़ा तुहानूं आएगा। इहदे विचों कुछ मैं तुहानूं दस दांगी, थोड़े जिहे क्वेश्चन नोट्स तुहाडे कोल हैगे ने, तुसीं सारिआं ने देख लैणे आ। रिफ्रैक्टिंग जिहड़ा है ये मेन है, ये आपां रे डायग्राम भी बनाने हैं, ये मैगनीफाइंग पावर भी कड्ढनी है। ठीक है बेटे, हुण मैं तुहानूं टैलीस्कोप थोड़ा जिहा दिखाना चाहांगी एक्चुअली किदां दा नज़र आंदा। इस तो पहलां कि मैं इहदी कंस्ट्रक्शन दस्सां, मैं तुहानूं थोड़ी जी इहदी इमेज एक बारी दिखाना चाहनी है। ये है बेटा टैलीस्कोप। देखो तुहानूं याद आ गया होना किते ना किते मूवी च देखिआ, टीवी च किते देखिआ, डिस्कवरी चैनल ते देखिआ ना। टैलीस्कोप दे नाल की हुंदा है बेटा, असीं हैवनली बॉडीज़ नूं देखदे हां। ਇਹ ਜਿਹੜਾ ਐਸਟ੍ਰੋਨੋਮਿਕਲ ਟੈਲੀਸਕੋਪ ਹੈ ਨਾ, ਅਸੀਂ ਉੱਪਰੋਂ ਆਸਮਾਨ 'ਚ ਜਿਹੜੀਆਂ ਬੋਡੀਜ਼ ਨੇ, ਚੰਨ ਤਾਰੇ ਤੁਸੀਂ ਦੇਖਦੇ ਹੋ ਨਾ ਸਾਰੇ, ਜਦੋਂ ਸੂਰਜ ਗ੍ਰਹਿਣ ਲੱਗਿਆ ਸੀ ਕਿਸ ਤਰ੍ਹਾਂ ਤੁਹਾਨੂੰ ਟੀਵੀ ਦੇ ਉੱਪਰ ਸਭ ਕੁਝ ਦਿਖਾਇਆ ਗਿਆ ਸੀ, ਕਿੰਨਾ ਕਲੀਅਰਲੀ ਦਿਖਾਇਆ ਗਿਆ ਸੀ। ਟੈਲੀਸਕੋਪ ਦੀ ਹੈਲਪ ਨਾਲ ਹੁੰਦਾ ਹੈ, ਬਹੁਤ ਨੇੜੇ ਕਰਕੇ ਇਹ ਉਹਨਾਂ ਚੀਜ਼ਾਂ ਨੂੰ ਦੇਖਦਾ ਹੈ। ਦੇਖੋ ਇਹ ਟੈਲੀਸਕੋਪ ਜਿਹੜਾ ਹੈ ਇਹ ਮਾਈਕਰੋਸਕੋਪ ਨਾਲੋਂ ਡਿਫਰੈਂਟ ਹੈ। ਮਾਈਕਰੋਸਕੋਪ ਜਿਹੜਾ ਹੈ ਉਹ ਵੱਡਾ ਕਰਦਾ ਹੈ ਆਬਜੈਕਟ ਨੂੰ, ਠੀਕ ਹੈ ਨਾ। ਇਹ ਨੇੜੇ ਲੈ ਕੇ ਆਉਂਦਾ ਹੈ ਸਾਡੇ ਨਾ, ਬਹੁਤ ਦੂਰ ਆਬਜੈਕਟ ਤੇ ਉਹਨੂੰ ਸਾਡੇ ਨੇੜੇ ਲੈ ਆਉਂਦਾ ਹੈ। ਸੋ ਇਹ ਟੈਲੀਸਕੋਪ ਹੈ। ਹੁਣ ਤੁਸੀਂ ਲਿਖੋ ਇਹਦੇ ਬਾਰੇ ਥੋੜਾ ਜਿਹਾ। ਟੈਲੀਸਕੋਪ ਹੈ ਕੀ ਹੈ, ਪਹਿਲਾਂ ਤਾਂ ਇਹ ਲਿਖੋ, ਇਟ ਇਜ਼ ਐਨ ਆਬਜੈਕਟ ਵਿਚ ਇਜ਼ ਯੂਜ਼ਡ ਟੂ ਸੀ ਹੈਵਨਲੀ ਬੋਡੀਜ਼। ਇਟ ਪ੍ਰੋਡਿਊਸਸ ਰੀਅਲ ਐਂਡ ਇਨਵਰਟਡ ਇਮੇਜ ਆਫ ਆਬਜੈਕਟ। ਹੁਣ ਰਾਜੇ ਇਨਵਰਟਡ ਇਮੇਜ ਬਣਾਉਂਦਾ ਹੈ ਨਾ, ਤੇ ਤੁਸੀਂ ਕਹੋਗੇ ਜੇ ਉਲਟੀ ਇਮੇਜ ਦਿਸੀ ਫਿਰ ਤਾਂ ਫਾਇਦਾ ਹੀ ਕੋਈ ਨਹੀਂ। ਲੇਕਿਨ ਬੇਟਾ ਜਿਹੜੀਆਂ ਤੁਹਾਡੀਆਂ ਹੈਵਨਲੀ ਬੋਡੀਜ਼ ਹੈ ਉਹ ਤਕਰੀਬਨ ਜਿਹੜੀਆਂ ਹੈ ਸਾਰੀਆਂ ਗੋਲ ਹੈ ਨਾ। ਗੋਲ ਹੁਣ ਜਿੱਧਰ ਨੂੰ ਮਰਜੀ ਇਮੇਜ ਬਣਾ ਲਓ ਉਹ ਗੋਲ ਹੀ ਨਜ਼ਰ ਆਣੀ ਹੈ, ਇਸ ਕਰਕੇ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਪੈਂਦਾ। ਅੱਗੇ ਮੋਡੀਫਿਕੇਸ਼ਨ ਹੋਈਆਂ ਨੇ ਪਰ ਤੁਹਾਡੇ ਸਿਲੇਬਸ 'ਚ ਸਿਰਫ ਇਹ ਕਨਵੈਕਸ ਵਾਲਾ ਹੀ ਆਪਾਂ ਯੂਜ਼ ਕਰਨਾ ਹੈ। ਸੋ ਮੈਂ ਇਨਵਰਟਡ ਇਮੇਜ ਦੀ ਅਸੀਂ ਗੱਲ ਇੱਥੇ ਨਹੀਂ ਕਰਾਂਗੇ ਕਿਉਂਕਿ ਅਸੀਂ ਹੈਵਨਲੀ ਬੋਡੀਜ਼ ਜਿਹੜੀਆਂ ਉਹ ਸਾਰੀਆਂ ਸਫੈਰੀਕਲ ਕੰਸੀਡਰ ਕਰਕੇ ਚੱਲਦੇ ਹਾਂ। ਠੀਕ ਹੈ ਬੇਟਾ, ਨੈਕਸਟ ਹੈ ਰਾਜੇ ਇਹਦੀ ਕੰਸਟਰਕਸ਼ਨ ਕੀ ਹੈ। ਹੁਣ ਤੁਸੀਂ ਦੇਖ ਚੁੱਕੇ ਹੋ ਇਹਦੀ ਪਿਕਚਰ ਹੈ ਨਾ, ਇਹਦੇ ਵਿੱਚ ਇੱਕ ਟਿਊਬ ਦੇ ਵਿੱਚ ਦੋ ਲੈਂਸ ਲੱਗੇ ਹੋਏ। ਹੁਣ ਮੈਂ ਉਹ ਤੁਹਾਨੂੰ 1 ਬਾਏ 1 ਦੱਸਦੀ ਹਾਂ। ਜਿਹੜਾ ਪਹਿਲਾ ਲੈਂਸ ਹੈ ਬੇਟਾ ਉਹਨੂੰ ਆਬਜੈਕਟ ਲੈਂਸ ਕਹਿੰਦੇ ਹੈ। ਇਹ ਜਿਹੜਾ ਆਬਜੈਕਟਿਵ ਹੁੰਦਾ ਹੈ ਨਾ ਬੇਟੇ, ਇਹਨੂੰ ਅਸੀਂ ਜਿਹੜਾ ਆਬਜੈਕਟ ਦੇਖਣਾ ਚਾਹੁੰਦੇ ਹਾਂ, ਮੰਨ ਲਓ ਅਸੀਂ ਸਨ ਨੂੰ ਦੇਖਣਾ ਹੈ ਤੇ ਜਿਹੜਾ ਆਬਜੈਕਟਿਵ ਹੈ ਉਹ ਸਨ ਵਾਲੀ ਸਾਈਡ ਤੇ ਹੋਏਗਾ।
ठीक है, ये ऑब्जेक्ट के नेड़े होएगा, ऑब्जेक्ट वाली साइड ते, ते ਇਹਦਾ ਜਿਹੜਾ ਅਪਰਚਰ ਹੈ ਲਾਰਜ ਹੋਏਗਾ, ਮਤਲਬ ਇਹਦਾ ਸਾਈਜ਼ ज़्यादा ਵੱਡਾ ਹੋਏਗਾ ਤੇ ਇਹਦੀ ਫੋਕਲ ਲੈਂਥ ਵੀ ਬਹੁਤ ਜ਼ਿਆਦਾ ਹੋਏਗੀ, ਕਿਉਂਕਿ ਇਹਨੇ ਇਨਫਾਈਨਾਈਟ ਡਿਸਟੈਂਸ ਤੋਂ ਬਹੁਤ ਦੂਰੋਂ ਇਹਨੇ ਜਿਹੜੀਆਂ ਰੇਜ਼ ਨੇ ਉਹ ਲੈਣੀਆਂ ਨੇ। ਸੋ ਇਹ ਲਾਰਜ ਅਪਰਚਰ ਦਾ ਹੋਣਾ ਚਾਹੀਦਾ ਹੈ ਤੇ ਇਹਦੀ ਫੋਕਲ ਲੈਂਥ ਵੀ ਲਾਰਜ ਹੋਣੀ ਚਾਹੀਦੀ ਹੈ। ਨੈਕਸਟ ਹੈ ਬੇਟਾ ਆਈਪੀਸ। ਆਈਪੀਸ ਜਿੱਥੇ ਤੁਸੀਂ ਅੱਖ ਲਗਾਣੀ ਹੈ, ਜਿਹੜਾ ਤੁਹਾਡੀ ਅੱਖ ਦੇ ਨੇੜੇ ਹੈ, ਇਹ ਵੀ ਕਨਵੈਕਸ ਲੈਂਸ ਹੀ ਹੈ, ठीक है बेटे, पर ਇਹਦਾ ਜਿਹੜਾ ਅਪਰਚਰ ਹੈ ਸ਼ਾਰਟ ਹੋਏਗਾ, ਇਹਦੀ ਫੋਕਲ ਲੈਂਥ ਵੀ ਸ਼ਾਰਟ ਹੋਏਗੀ। ਅੱਗੇ ਮੈਂ ਤੁਹਾਨੂੰ ਰੇ ਡਾਇਗਰਾਮ ਜਦੋਂ ਦਿਖਾਵਾਂਗੀ ਤੁਹਾਨੂੰ ਪਤਾ ਚੱਲ ਜਾਏਗਾ ਸ਼ਾਰਟ ਅਪਰਚਰ ਤੇ ਸ਼ਾਰਟ ਫੋਕਲ ਲੈਂਥ ਕਿਉਂ ਹੈ ਇਹਦੀ। ਨੈਕਸਟ ਹੈ ਬੇਟਾ ਟਿਊਬ। These two lenses are placed at two ends of a tube। ਤੁਸੀਂ ਦੇਖਿਆ ਨਾ ਇੱਕ ਟਿਊਬ ਸੀ ਸਟੈਂਡ ਦੇ ਉੱਪਰ, ਹੋਲਡਰ ਦੇ ਉੱਪਰ ਇੱਕ ਟਿਊਬ ਸੀ, ਟਿਊਬ ਮੂਵੇਬਲ ਹੁੰਦੀ ਆ, ਉੱਪਰ ਥੱਲੇ ਕਰ ਲਓ ਜਿੱਦਾਂ ਮਰਜ਼ੀ ਉਹਨੂੰ, ਠੀਕ ਹੈ ਨਾ। ਉਹ ਦੋ ਲੈਂਸ ਜਿਹੜੇ ਆ ਉਹਦੇ ਐਂਡਸ ਦੇ ਉੱਪਰ ਲੱਗੇ ਹੁੰਦੇ ਆ। ਹੁਣ ਇਹਦਾ ਪ੍ਰਿੰਸੀਪਲ ਕੀ ਹੈ ਬੇਟਾ? ਪ੍ਰਿੰਸੀਪਲ ਵੈਸੇ ਮੈਂ ਤੁਹਾਨੂੰ ਬੋਲ ਦਿੰਨੀ ਹੈ, ਲੇਕਿਨ ਤੁਹਾਨੂੰ ਸਮਝ ਉਦੋਂ ਹੀ ਆਏਗਾ ਜਦੋਂ ਤੁਸੀਂ ਡਾਇਗਰਾਮ ਦੇਖੋਗੇ, ਹੈ ਨਾ। ਸੋ ਪ੍ਰਿੰਸੀਪਲ ਸਾਰੇ ਬੱਚੇ ਲਿਖ ਲਓ ਪਹਿਲਾਂ। ਦ ਆਬਜੈਕਟਿਵ ਫਾਰਮਸ ਰੀਅਲ ਐਂਡ ਇਨਵਰਟਡ ਇਮੇਜ ਆਫ ਡਿਸਟੈਂਟ ਆਬਜੈਕਟ ਐਟ ਇਟਸ ਫੋਕਲ ਪਲੇਨ। ਜਦੋਂ ਬੇਟਾ ਤੁਹਾਡਾ ਆਬਜੈਕਟ ਲੈਂਸ ਇਨਫਾਈਨਾਈਟ ਡਿਸਟੈਂਸ ਤੋਂ ਰੇਜ਼ ਨੂੰ ਲੈ ਰਿਹਾ ਹੈ, ਮੰਨ ਲਓ ਸਨ ਦੀ ਆਪਾਂ ਇਮੇਜ ਬਣਾ ਰਹੇ ਹਾਂ ਨਾ, ਇਨਫਾਈਨਾਈਟ ਡਿਸਟੈਂਸ ਤੋਂ ਆਬਜੈਕਟ ਹੈ, ਉਹਦੀ ਇਮੇਜ ਕਿੱਥੇ ਬਣੇਗੀ? ਦੂਸਰੀ ਸਾਈਡ ਤੇ ਬਣੇਗੀ ਨਾ ਲੈਂਸ ਦੇ। ਲੈਂਸ ਵਾਲੇ ਤੁਸੀਂ ਸਾਰੀਆਂ ਲੈਂਸ ਦੀਆਂ ਇਮੇਜ ਫਾਰਮੇਸ਼ਨਸ ਕਰ ਚੁੱਕੇ ਹੋ। ਸੋ ਉਹ ਜਿਹੜੀ ਇਮੇਜ ਬਣੇਗੀ ਉਹ ਲੈਂਸ ਦੇ ਦੂਸਰੇ ਪਾਸੇ ਬਣੇਗੀ ਤੇ ਉਹ ਉਲਟੀ ਬਣੇਗੀ, ਠੀਕ ਹੈ, ਇਨਵਰਟਡ ਐਂਡ ਰੀਅਲ ਬਣੇਗੀ। ਸੋ ਉਹ ਜਿਹੜੀ ਹੈ ਫੋਕਲ ਪੁਆਇੰਟ ਦੇ ਉੱਤੇ ਬਣੇਗੀ, ਫੋਕਸ ਦੇ ਉੱਪਰ ਬਣੇਗੀ, ਠੀਕ ਹੈ। ਦਿਸ ਇਮੇਜ ਐਕਟ ਐਜ਼ ਆਬਜੈਕਟ। ਜਿਹੜੀ ਇਮੇਜ ਬਣਦੀ ਹੈ ਇਹ ਆਈ ਪੀਸ ਲਈ ਆਬਜੈਕਟ ਦਾ ਕੰਮ ਕਰਦੀ ਹੈ। ਆਈ ਪੀਸ ਤਾਂ ਸਾਡੇ ਵਾਲੀ ਸਾਈਡ ਤੇ ਹੈ ਨਾ, ਸਾਡੀ ਅੱਖ ਵਾਲੀ ਸਾਈਡ ਤੇ ਹੈ, ਉਹਦੇ ਲਈ ਫਿਰ ਇਹ ਇਮੇਜ ਆਬਜੈਕਟ ਬਣ ਜਾਏਗੀ। ਫਿਰ ਉਹ ਆਈ ਪੀਸ ਜਿਹੜਾ ਹੈ ਉਹ ਇਹਨੂੰ ਫਿਰ ਹੋਰ ਮੈਗਨੀਫਾਈ ਕਰੇਗਾ, ਮਤਲਬ ਮੈਗਨੀਫਾਈ ਨਹੀਂ ਅਸੀਂ ਕਹਿ ਸਕਦੇ, ਇਹਦੀ ਇਮੇਜ ਜਿਹੜੀ ਹੈ ਉਹ ਇਸ ਤਰ੍ਹਾਂ ਸੈੱਟ ਕਰੇਗਾ ਆਪਾਂ ਰੈਕਨ ਪਿਨੀਅਨ ਮੈਥਡ ਦੇ ਨਾਲ। ਇਸ ਇਮੇਜ ਨੂੰ ਜਾਂ ਤਾਂ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਤੇ ਸੈੱਟ ਕਰ ਸਕਦੇ ਹਾਂ ਜਾਂ ਇਨਫਾਈਨਾਈਟ ਡਿਸਟੈਂਸ ਤੇ ਆਪਾਂ ਸੈੱਟ ਕਰ ਸਕਦੇ ਹਾਂ। ਆਪਾਂ ਦੋਨੋਂ ਹੀ ਕੇਸ ਕਰਾਂਗੇ ਅੱਜ, ਠੀਕ ਹੈ ਬੇਟੇ। ਹੁਣ ਦੇਖੋ ਮੈਂ ਤੁਹਾਨੂੰ ਥੋੜਾ ਜਿਹਾ ਦਿਖਾਣਾ ਚਾਹਨੀ ਹਾਂ ਕਿਸ ਤਰ੍ਹਾਂ ਦਾ ਹੁੰਦਾ ਹੈ ਜੇ ਟਿਊਬ ਨਹੀਂ ਹੈਗੀ। ਆਹ ਤੁਹਾਡਾ ਆਬਜੈਕਟਿਵ ਲੈਂਸ ਹੈ, ਜੇ ਤੁਸੀਂ ਇੱਧਰ ਖੜੇ ਹੋ ਨਾ, ਤੁਸੀਂ ਇੱਥੋਂ ਦੇਖ ਰਹੇ ਹੋ, ਇਹ ਤੁਹਾਡਾ ਹੈ ਇਹ ਤੁਹਾਡਾ ਆਬਜੈਕਟਿਵ ਹੈ, ਤਾਂ ਤੁਸੀਂ ਖੜੇ ਤਾਂ ਇੱਧਰ ਹੋ, ਇੱਧਰੋਂ ਸਾਰਾ ਕੁਝ ਆਪਾਂ ਕੈਪਚਰ ਕਰ ਰਹੇ ਹਾਂ। ਇੱਧਰਲੇ ਪਾਸੇ ਆਬਜੈਕਟ ਹੋਏਗਾ, ਮਤਲਬ ਜਿਹੜੀ ਤੁਹਾਡੀਆਂ ਰੇਜ਼ ਆ ਰਹੀਆਂ ਨੇ, ਸਟਾਰ ਹੈ, ਸਨ ਹੈ, ਉਹ ਸਾਰੀਆਂ ਇੱਧਰਲੇ ਪਾਸੇ, ਠੀਕ ਹੈ। ਉਸ ਤੋਂ ਬਾਅਦ ਇੱਥੇ ਤਾਂ ਟਿਊਬ ਹੁੰਦੀ ਹੈ, ਟਿਊਬ ਹੁਣ ਤੁਹਾਨੂੰ ਨਹੀਂ ਦਿਖਾਈ ਹੋਈ, ਇੱਥੇ ਆਈ ਪੀਸ ਹੈ, ਓਕੇ। ਆਈ ਪੀਸ ਜਦੋਂ ਇੱਥੇ ਆ ਗਿਆ ਤਾਂ ਆਈ ਪੀਸ ਦੇ ਕੋਲ ਸਾਡੀ ਆਈ ਹੋਏਗੀ। ਅਸੀਂ ਇਹਦੇ ਵਿੱਚੋਂ ਦੇਖਣਾ ਹੈ ਨਾ, ਤਾਂ ਸਾਨੂੰ ਇਹਦੇ ਵਿੱਚ ਇਮੇਜ ਜਿਹੜੀ ਹੈ ਉਹ ਨਜ਼ਰ ਆਏਗੀ ਇੱਥੇ ਕਿਤੇ, ਹੈ ਨਾ। ਉਹ ਅਸੀਂ ਸੈਟਿੰਗ ਕਰਨੀ ਹੈ ਕਿੱਥੇ ਬਣਦੀ ਹੈ ਇਮੇਜ, ਇਨਫਿਨਿਟੀ ਤੇ ਬਣਦੀ ਹੈ ਜਾਂ ਇੱਥੇ ਲੀਸਟ ਡਿਸਟੈਂਸ ਤੇ ਬਣਦੀ ਹੈ। ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਸਭ ਨੂੰ ਪਤਾ ਹੋਣਾ, ਤੁਸੀਂ ਮਾਈਕਰੋਸਕੋਪ, ਕੰਪਾਊਂਡ ਮਾਈਕਰੋਸਕੋਪ ਦੇਖ ਚੁੱਕੇ ਹੋ ਸਾਰੇ ਪਿਛਲੀ ਵੀਡੀਓ ਦੇ ਵਿੱਚ, ਹੈ ਨਾ। ਉਹਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ 25 ਸੈਂਟੀਮੀਟਰ ਜਿਹੜਾ ਹੈ ਲੀਸਟ ਡਿਸਟੈਂਸ ਆਫ ਡਿਸਟਿੰਕਟ ਵਿਜ਼ਨ ਹੈ, ਉਹ ਸਭ ਨੇ ਯਾਦ ਰੱਖਣਾ ਬੇਟਾ। ਹੁਣ ਜਿਹੜੀ ਸਾਨੂੰ ਆ ਜਿਹੜਾ ਤੁਹਾਨੂੰ ਮੈਂ ਬਣਾ ਕੇ ਦਿਖਾਇਆ ਹੋਇਆ ਇੱਥੇ, ਇਹ ਬੇਟਾ ਆਬਜੈਕਟਿਵ ਹੈ, ਠੀਕ ਹੈ। ਉਸ ਤੋਂ ਬਾਅਦ ਇਹਦੇ ਤੋਂ ਬਹੁਤ ਜ਼ਿਆਦਾ ਲਾਰਜ ਡਿਸਟੈਂਸ ਦੇ ਉੱਪਰ ਆਬਜੈਕਟ ਪਿਆ ਹੈ, ਇਸ ਕਰਕੇ ਇਨਫਿਨਿਟੀ ਤੋਂ ਆਪਾਂ ਰੇਜ਼ ਦਿਖਾਈਆਂ ਨੇ, ਪੈਰਲਲ ਰੇਜ਼ ਆ ਰਹੀਆਂ ਨੇ, ਉਹਨਾਂ ਦੀ ਇਮੇਜ ਕਿੱਥੇ ਬਣੇਗੀ ਬੇਟਾ? ਫੋਕਸ ਤੇ ਬਣੇਗੀ। ਹੁਣ ਜਿਹੜਾ ਇਸ ਕੇਸ ਦੇ ਵਿੱਚ ਮੈਂ ਤੁਹਾਨੂੰ ਤਾਂ ਹੀ ਕਿਹਾ ਸੀ ਇਹਦੀ ਫੋਕਲ ਲੈਂਥ ਜ਼ਿਆਦਾ ਹੈ, ਇਹਦਾ ਅਪਰਚਰ ਛੋਟਾ ਹੈ ਤੇ ਫੋਕਲ ਲੈਂਥ ਘੱਟ ਹੈ। ਇਹਦੀ ਫੋਕਲ ਲੈਂਥ ਘੱਟ ਹੈ ਕਿਉਂਕਿ ਹੁਣ ਜਿਹੜਾ ਤੁਹਾਡਾ ਇਹ ਵਾਲਾ ਆਬਜੈਕਟ ਹੈ, ਜਿਹੜਾ ਇੱਥੇ ਇਮੇਜ ਬਣੀ ਹੋਈ ਹੈ ਇਹ ਵਾਲੀ, ਇਹ FO ਤੇ FE ਦੋਨਾਂ ਤੇ ਬਣ ਰਹੀ ਹੈ। ਜੇ ਆਪਾਂ ਇਨਫਿਨਿਟੀ ਵਾਲਾ ਕੇਸ ਕਰਨਾ ਹੈ ਕਿ ਇਮੇਜ ਇਨਫਾਈਨਾਈਟ ਡਿਸਟੈਂਸ ਤੇ ਬਣਦੀ ਹੈ ਫਾਈਨਲ ਇਮੇਜ, ਤਾਂ ਅਸੀਂ ਇਹ ਡਾਇਗਰਾਮ ਆਪਣੇ ਦਿਮਾਗ 'ਚ ਰੱਖਣਾ ਹੈ ਕਿ ਇਹ ਹੁਣ ਆਈ ਪੀਸ ਦੇ ਫੋਕਲ ਲੈਂਥ ਤੇ ਵੀ ਆ ਗਿਆ। ਤੇ ਤੁਹਾਨੂੰ ਪਤਾ ਹੈ ਜਦੋਂ ਫੋਕਸ ਤੇ ਪਿਆ ਹੁੰਦਾ ਹੈ ਆਬਜੈਕਟ, ਤਾਂ ਫਾਈਨਲ ਇਮੇਜ ਕਿੱਥੇ ਬਣੇਗੀ? ਇਨਫਿਨਿਟੀ ਤੇ ਬਣੇਗੀ ਨਾ, ਕਿਉਂਕਿ ਹੁਣ ਜਦੋਂ ਤੁਸੀਂ ਇਹਨੂੰ ਡਰਾ ਕਰੋਗੇ ਅੱਗੇ ਤਾਂ ਇਹ ਕਿਤੇ ਨਹੀਂ ਮਿਲਣੀ ਹੈ ਰੇਜ਼, ਐਵੇਂ ਹੀ ਲੱਗੇਗਾ ਕਿ ਇਨਫਿਨਿਟੀ ਤੇ ਬਣੀਆਂ ਹੋਈਆਂ ਨੇ, ਠੀਕ ਹੈ। ਸੋ ਫਾਈਨਲ ਇਮੇਜ ਜਿਹੜੀ ਹੈ ਉਹ ਵਰਚੁਅਲ ਤੇ ਇਨਵਰਟਡ ਬਣ ਰਹੀ ਹੈ ਇਸ ਕੇਸ 'ਚ। ਹੁਣ ਜਿਹੜਾ ਅਸੀਂ ਆਰਟੀਕਲ ਡਰਾਈਵ ਕਰਨਾ ਹੈ ਉਹਦੇ ਲਈ ਤੁਸੀਂ ਜਿਹੜਾ ਰੇ ਡਾਇਗਰਾਮ ਬਣਾਉਣਾ ਉਹ 'ਚ ਨੇਮਿੰਗ ਵੀ ਹੈ। ਸੋ ਬੇਟਾ ਉਹ ਤੁਹਾਨੂੰ ਦਿਖਾ ਰਹੀ ਹਾਂ ਹੁਣ ਮੈਂ, ਜਦੋਂ ਇਨਫਿਨਿਟੀ ਤੇ ਇਮੇਜ ਬਣੀ ਉਸ ਕੇਸ ਦੇ ਵਿੱਚ, ਠੀਕ ਹੈ। ਆਬਜੈਕਟਿਵ ਹੋ ਗਿਆ ਲਾਰਜ ਅਪਰਚਰ, ਲਾਰਜ ਫੋਕਲ ਲੈਂਥ, ਤੇ ਆਈ ਪੀਸ ਹੋ ਗਿਆ ਸ਼ਾਰਟ ਫੋਕਲ ਲੈਂਥ, ਸ਼ਾਰਟ ਅਪਰਚਰ, ਠੀਕ ਹੈ ਬੇਟੇ। ਆਪਟੀਕਲ ਸੈਂਟਰ ਆਈ ਪੀਸ ਦਾ, ਆਪਟੀਕਲ ਸੈਂਟਰ ਆਬਜੈਕਟਿਵ ਦਾ ਤੇ ਆਈ ਪੀਸ ਦਾ, ਦੋਨਾਂ ਦੇ ਆਪਾਂ ਸ਼ੋ ਕਰ ਦਿੱਤੇ,
ठीक है बेटे, हुण ध्यान नाल देख लो मैं एंगल अल्फा कित्थे बनाया, बीटा कित्थे बनाया, ठीक है ना, क्योंकि मैं हुण तुहानूं मैगनीफाइंग पावर दसनी है की हुंदी है। मैगनीफाइंग पावर जिहड़ी है ना बेटा, इस केस कंपाउंड माइक्रोस्कोप नालों डिफरेंट लिखनी है। कंपाउंड माइक्रोस्कोप के केस च असीं की करदे सी राजे, असीं ऑबजैक्ट नूं चक के जे इनफिनिटी ते जे लीस्ट डिस्टेंस ते बनदी सी फाइनल इमेज असीं उत्थे ही रख लैंदे सी, ਤਾਂ ਕਿ ਇਮੇਜ ਵੀ ਇੱਥੇ ਹੀ ਪਈ ਹੈ ਤੇ ਆਬਜੈਕਟ ਵੀ ਇੱਥੇ ਹੀ ਹੈ। ਉਸ ਟਾਈਮ ਤੇ ਫਿਰ ਜਿਹੜੇ ਐਂਗਲ ਬਣੇ ਆਪਾਂ ਉਹ ਲਿਖ ਲੈਂਦੇ ਸੀ ਕਿੰਨੇ ਬਣੇ। ਇਸ ਕੇਸ 'ਚ ਬੜੇ ਧਿਆਨ ਨਾਲ ਤੁਸੀਂ ਦੇਖਣਾ ਹੈ ਕਿ ਜਿਹੜਾ ਆਬਜੈਕਟ ਨੇ ਐਂਗਲ ਬਣਾਇਆ, ਅਸੀਂ ਸੂਰਜ ਨੂੰ ਚੱਕ ਕੇ ਇੱਥੇ ਨਹੀਂ ਰੱਖ ਸਕਦੇ, ਸਟਾਰਸ ਨੂੰ ਚੱਕ ਕੇ ਇੱਥੇ ਨਹੀਂ ਰੱਖ ਸਕਦੇ, ਠੀਕ ਹੈ, ਇਹ ਆਪਣੇ ਦਿਮਾਗ 'ਚ ਰੱਖਿਓ ਗੱਲ। ਉਦੋਂ ਜਿਹੜਾ ਅਸੀਂ ਐਂਗਲ ਆਬਜੈਕਟ ਵਾਲਾ ਦੇਖਣਾ ਹੈ ਉਹ ਅਸੀਂ ਨੇਕਡ ਆਈ ਦੇ ਨਾਲ ਦੇਖਣਾ ਹੈ, ਨੰਗੀ ਅੱਖ ਦੇ ਨਾਲ ਦੇਖਣਾ ਹੈ। ਜਿਹੜਾ ਤੁਸੀਂ ਇਮੇਜ ਦਾ ਐਂਗਲ ਦੇਖਣਾ ਹੈ ਉਹ ਟੈਲੀਸਕੋਪ ਦੇ ਵਿੱਚੋਂ ਦੇਖਣਾ ਹੈ, ਠੀਕ ਹੈ। ਫਿਰ ਤੁਸੀਂ ਰੇਸ਼ੋ ਦੀ ਉਸੇ ਤਰ੍ਹਾਂ ਲਿਖਣੀ ਹੈ, ਦੇਖੋ ਕੀ ਬਣਦੀ ਹੈ। Magnifying power is the ratio of angle subtended by image to eye when seen through telescope to the angle subtended by object seen directly, ठीक है। इमेज का एंगल उदों देखना है जो असी टैलीस्कोप के विचों देख रहे हैं, तो ऑब्जेक्ट का एंगल उदों देखना है जो असी डायरैक्टली देख रहे हैं वैन बोथ ऑब्जेक्ट एंड इमेज आर एट इनफिनिटी। दोनों केसिस दे विच क्योंकि असी इनफिनिटी वाली इमेज कर रहे हैं तो दोनों केसिस दे विच हुणे इनफिनिटी दे पे हुए हैं, ठीक है बेटा। ਹੁਣ ਅਸੀਂ मैगनीफाइंग पावर की मैथमैटिकल डेफिनेशन जी हमेशा यूज़ करते हैं, बीटा अपॉन अल्फा आ गया है ना। तुसी वो डायग्राम अपने कॉपी ते ड्रॉ कर लिया, जिन्होंने बच्चों को पहुंचे हुए ने नोट्स उन्होंने तो किया ही होया ना, कॉपी अगे रखियो बेटा अपनी, तो समझ आएगा। बीटा अपॉन अल्फा आ गया, बीटा अपॉन अल्फा नूं असीं tan बीटा अपॉन tan अल्फा लिख सकते हैं, है ना बेटे। हुण tan बीटा देखो सारे बच्चे अपने अपने डायग्राम ते देखो सारे, tan बीटा कितना है, tan बीटा जिहड़ा है वो है a डैश b डैश अपॉन c डैश a डैश, यही है ना बेटा, a डैश b डैश अपॉन c डैश a डैश। इसी तरह tan अल्फा की वैल्यू लिख दी थी तुसी अपने ट्रायंगल दे विच परपेंडिकुलर अपॉन बेस देख के लिख देना। a डैश b डैश तो सेम है, कैंसल हो जाएगा, c a डैश अपॉन c डैश a डैश आ गया, ठीक है बेटा। हुण तुसी c a डैश देखो जे ध्यान दे नाल, तां इह की है बेटा, c a डैश जिहड़ा है वो फोकल लेंथ है ऑब्जेक्टिव दी। जे तुसी सी डैश ए डैश नूं देखोगे वो आई पीस की फोकल लेंथ है ना। साइन तुहानूं हुण पता है, असीं साइन कन्वेंशन सब तो पहले लैक्चर दे विच कर चुके हैं, ऑप्टिक्स दे विच मैं दोबारा नहीं दसांगी, सो इत्थे मैं माइनस एफ यूज़ किया है, ठीक है। सो साडा रिजल्ट की आ गया राजे, एम इज इक्वल टू माइनस एफ ओ अपॉन एफ ए। ये जिहड़ा मैगनीफिकेशन है ये किस केस दे विच है, जदों इमेज इनफिनिटी ते बनी है, फाइनल इमेज, ठीक है, इनफिनिटी ते बनी है उदों साडे कोले मैगनीफाइंग पावर है, ठीक है बेटा। हुण असीं जिहड़ा केस करना है उहदे च असीं इमेज बनानी है लीस्ट डिस्टेंस ऑफ डिस्टिंक्ट विजन। व्हेन इमेज इज फॉर्म्ड एट लीस्ट डिस्टेंस ऑफ डिस्टिंक्ट विजन, उस टाइम पे मैग्नीफाइंग पावर की डेफिनेशन की बनेगी, इट इज़ द रेशो ऑफ एंगल सबटेंडेड एट आई बाय फाइनल इमेज फॉर्म्ड एट डी। देखो फाइनल इमेज हुण पहला तो ये लिखा सी ना असीं दोनों ही इमेज भी ते ऑब्जेक्ट भी इनफिनिटी ते पे है। इस केस हुण फाइनल इमेज डी ते बनी हुई है, अदों जिहड़ा एंगल है जदों असीं टैलीस्कोप चों देखिया 2, जिहड़ा तुहाडा ऑब्जेक्ट ने बनाया ऑब्जेक्ट इनफिनिटी ते ही है, उहनूं असीं डायरैक्टली देखिया, ठीक है बेटे। सो की बन गया तुहाडे कोले एम इज इक्वल टू बीटा अपॉन अल्फा ही बनेगा बेटा। देखो आ तुहाडे कोल फिर वही अद्धा डायग्राम तो वही है, इत्थे तक तो बन गया सी है ना। उस केस की होया सी एफ ई दे उपर ही बनिया सी, हुण ये एफ ई ते सी दे विच है। जिहड़ी तुहाडी ए वाली इमेज बनी है ना, जिहड़ी ऑब्जेक्टिव ने बनाई है वो इत्थे बनी है। हुण मतलब ये रैकन पिनियन मैथड हुंदा कि असीं एडजस्टमेंट करनी है कित्थे आपां लैके जाना। हुण तुहाडी जे ए इमेज इत्थे है ना सी डैश ते एफ ई दे विचकार, तो तुहानूं पता है इस केस दे विच फिर इस लेंस ने की करना है, इहनूं मैगनीफाई करना है ते इत्थे इमेज बनानी है इहदे पिछे, है ना। सो वो केस इत्थे यूज़ हो गया, इत्थे जिहड़ी है तुहाडी इमेज ज़्यादा वड्डी नज़र आएगी, ठीक है बेटे। उस तो बाद तुहाडे कोल आ चीज़ मिल गई हुण, है ना। हुण की हो गया, हुण आ बीटा है, आ तुहाडा फाइनल इमेज ने इत्थे एंगल बनाया बीटा, ते आ तां अल्फा तां ओही है जिहड़ा ऑब्जेक्ट ने बनाया सी, ओके। सो मैग्नीफाइंग की आ गई साडे कोल बीटा अपॉन अल्फा, फिर वही tan बीटा अपॉन tan अल्फा लिख लिया असीं, फिर इन्हां दी वैल्यू कढ लो मैथमेटिकली परपेंडिकुलर अपॉन बेस करके, आ चीज़ मिल गई। उस तो बाद बेटा सी डैश ए डबल डैश, ये तो ऑब्जेक्टिव की फोकल लेंथ है, सबनों ही पता है ना, सी डैश ए डबल डैश एफ ओ दे बराबर है सी डैश
डैश ए डैश माइनस यू ई के बराबर है। ठीक है, क्योंकि ए डैश जो है ऑब्जेक्ट पे है ना बेटे। सो आ तुहाडे कोल आ गया माइनस यू ई, मैग्नीफाइंग पावर की आ गई माइनस एफ ओ अपॉन यू ई। क्लीयर है सारिਆਂ ਨੂੰ? बेटा ਹੁਣ ਅਸੀਂ ਇਹਨੂੰ ਲੈਂਸ ਫਾਰਮੂਲਾ ਯੂਜ਼ ਕਰਾਂਗੇ ਇੱਥੇ ਤੇ FO upon FE ਦੀ ਵੈਲਿਊ ਕੱਢਾਂਗੇ। ਲੈਂਸ ਫਾਰਮੂਲਾ ਲਿਖ ਲਿਆ ਸੀ, ਇਹਦੇ ਵਿੱਚ ਤੁਸੀਂ UE ਤੇ VE ਦੀ ਵੈਲਿਊ ਪੁੱਟ ਕਰ ਦਿਓ। ਠੀਕ ਹੈ ਬੇਟਾ, ਹੁਣ ਤੁਹਾਡੇ ਕੋਲ ਆ ਰਿਲੇਸ਼ਨ ਆ ਗਿਆ। ਓਕੇ, ਜਦੋਂ ਤੁਸੀਂ ਮਾਈਨਸ ਮਾਈਨਸ ਕੈਂਸਲ ਕਰ ਦਿੱਤੇ, ਆ ਵਾਲੇ ਮਾਈਨਸ ਮੈਂ ਇੱਥੇ ਲੈ ਆਏ, ਆ ਚੀਜ਼ ਬਣ ਗਈ। ਹੁਣ ਤੁਸੀਂ FO ਦੇ ਨਾਲ ਕੱਲੇ ਕੱਲੇ ਨੂੰ ਮਲਟੀਪਲਾਈ ਕਰ ਦਿਓ, ਕਿਉਂਕਿ ਸਾਨੂੰ FO upon FE ਚਾਹੀਦਾ है ना बेटा। सो FO upon FE लियाण लई आ चीज़ देखो, FO upon UE है ना, इत्थे कीता FO upon FE, इन्हें उधर जाके प्लस हो जाना है। सो FO upon D आ गया। हुण तुसी FO upon FE अगर बाहर कढ लैंदे हो बेटा इत्थों, ठीक है, तुहाडा अंदर की बचदा है माइनस 1 प्लस FE upon D, ये चीज़ बच गई। ਉਹਦੇ ਵਿੱਚ ਰਾਜੇ ਕੀ ਆਇਆ ਸੀ, ਜਦੋਂ ਇਨਫਿਨਿਟੀ ਵਾਲਾ ਕੇਸ ਸੀ ਕੱਲਾ FO upon FE ਆਇਆ ਸੀ, ਹੈ ਨਾ। ਇਹਦੇ ਵਿੱਚ ਥੋੜਾ ਜਿਹਾ ਚੇਂਜ ਹੋ ਗਿਆ। ਸਾਰੇ ਬੱਚਿਆਂ ਨੇ ਦੇਖ ਕੇ ਧਿਆਨ ਨਾਲ ਦੱਸਣਾ, ਦੇਖਣਾ ਹੈ ਕਿ D ਜਦੋਂ ਲੀਸਟ ਡਿਸਟੈਂਸ ਤੇ ਬਣਦੀ ਹੈ ਤਾਂ ਮੈਗਨੀਫਿਕੇਸ਼ਨ ਹੋ ਰਿਹਾ ਹੈ, ਉਸ ਕੇਸ 'ਚ ਮੈਗਨੀਫਿਕੇਸ਼ਨ ਹੋ ਰਿਹਾ ਹੈ। ਠੀਕ ਹੈ ਬੇਟੇ, ਇਹ ਅੱਛੀ ਤਰ੍ਹਾਂ ਸਾਰੇ ਜਾਣੇ ਕਰ ਲਓ। ਹੁਣ ਬੇਟਾ ਮੈਂ ਤੁਹਾਨੂੰ ਥੋੜਾ ਜਿਹਾ ਲਿਮਿਟੇਸ਼ਨਸ ਦੱਸਣੀਆਂ ਚਾਹਾਂਗੀ ਟੈਲੀਸਕੋਪ ਦੀਆਂ, ਇਹਦੇ 'ਚ ਕੀ ਕੀ ਡਿਫੈਕਟ ਪਏ ਹੈ। ਠੀਕ ਹੈ, देखो सब तो पहला तो है लिमिटेशन ऑफ रिफ्रैक्टिंग टेलीस्कोप। पहली लिमिटेशन है बेटा, देयर इज स्फेरिकल एब्रेशन, मीन्स पैराएक्सियल एंड मार्जिनल रेज मीट एट डिफरेंट पॉइंट्स। ਹੁਣ ਇਹ ਵੈਸੇ ਵੀ ਤੁਹਾਡੇ ਕੰਮ ਆਏਗਾ, ਤੁਹਾਨੂੰ ਜੇ ਪੁੱਛ ਲੈਣਗੇ ਸਫੈਰੀਕਲ ਐਬਰੇਸ਼ਨ ਕੀ ਹੁੰਦੀ ਹੈ ਲੈਂਸਿਸ ਦੇ ਵਿੱਚ ਜਾਂ ਕ੍ਰੋਮੈਟਿਕ ਐਬਰੇਸ਼ਨ ਕੀ ਹੁੰਦੀ ਹੈ, ਤੁਹਾਨੂੰ ਪਤਾ ਹੋਏਗਾ। ਠੀਕ ਹੈ, ਸਫੈਰੀਕਲ ਐਬਰੇਸ਼ਨ ਦੇਖੋ ਕੀ ਹੁੰਦੀ ਹੈ ਬੇਟਾ, ਇਸ ਕੇਸ ਦੇ ਵਿੱਚ ਜਿਹੜੀਆਂ ਤੁਹਾਡੀਆਂ ਮਾਰਜਨ ਤੇ ਪਈਆਂ ਨੇ ਰੇਜ਼, ਆ ਲੈਂਸ ਦੇ ਮਾਰਜਨ ਤੇ ਪਈਆਂ ਨੇ ਦੂਰ ਵਾਲੀਆਂ ਜਿਹੜੀਆਂ, इस प्रिंसीपल एक्सिस तो दूर वालियां रेज है जिहड़ियां वो किते होर मिलनियां शुरू हो जांदियां ने। ठीक है, आ देखो इत्थे इदां ही साडी अख दा भी लेंस खराब हुंदा है ना, तो साडियां वो जिहड़ी ब्लर्ड जी इमेज बनदी है, फिर जिहड़ियां पैराएक्सियल रेज है नेड़े नेड़े पईयां ने वो किते होर मिल रहीआं ने। देखो आ रही ना नज़र तुहानूं, ये अलग अलग जगह ते अपना अपना फोकस बनाई जांदियां ने। जिहड़ियां आ वालियां रेज ने उन्हां ने इत्थे बनाता, आ वालियां रेज ने B वालियां इत्थे बनाता, जिहड़ियां C वालियां रेज ने उन्हां ने इत्थे बनाता। पैराएक्सियल रेज ਜਿਹੜੀਆਂ ਸਭ ਤੋਂ ਪਰੇ ਮਿਲ ਰਹੀਆਂ ਨੇ, ਜਿਹੜੀਆਂ ਮਾਰਜਨ ਤੇ ਜਾਈ ਜਾਂਦੀਆਂ ਨੇ ਉਹ ਨੇੜੇ ਨੇੜੇ ਮਿਲੀ ਜਾਂਦੀਆਂ ਨੇ। ਉਹਦੇ ਕਰਕੇ ਇਮੇਜ ਸ਼ਾਰਪ ਨਹੀਂ ਬਣੇਗੀ। ਸ਼ਾਰਪ ਇਮੇਜ ਜਦੋਂ ਬਣਦੀ ਹੈ ਜਦੋਂ ਸਾਰੀਆਂ ਹੀ ਰੇਜ਼ ਇੱਕ ਪੁਆਇੰਟ ਤੇ ਮਿਲਣ। ਠੀਕ ਹੈ, ਇਹ ਹੈ ਫਿਰ ਇਹ ਲੈਂਸ ਦਾ ਡਿਫੈਕਟ ਹੈ, ਕਿਉਂਕਿ ਅਸੀਂ ਕਨਵੈਕਸ ਲੈਂਸ ਯੂਜ਼ ਕਰ ਰਹੇ ਹਾਂ ਤਾਂ ਇਹ ਡਿਫੈਕਟ ਇਹਦੇ ਵਿੱਚ ਵੀ ਹੋਏਗਾ ਫਿਰ। ਠੀਕ ਹੈ ਬੇਟਾ, ਦੂਸਰਾ ਹੈ ਰਾਜੇ ਦੇयर इज क्रोमैटिक एब्रेशन। क्रोमैटिक एब्रेशन ਦੇ ਵਿੱਚ ਕੀ ਹੁੰਦਾ ਹੈ ਕਿ ਜਿਹੜੀਆਂ ਡਿਫਰੈਂਟ ਕਲਰਡ ਲਾਈਟਸ ਹੈ, ਤੁਹਾਨੂੰ ਪਤਾ ਨਾ ਵਾਈਟ ਲਾਈਟ ਆ ਰਹੀ ਹੈ ਉੱਪਰੋਂ, ਹੈ ਨਾ, 7 ਕਲਰਸ ਹੁੰਦੇ ਉਹਦੇ, ਉਹਨਾਂ ਸਾਰਿਆਂ ਦੀ ਰਿਫਰੈਕਸ਼ਨ ਜਿਹੜੀ ਬੈਂਡਿੰਗ ਜਿਹੜੀ ਹੈ ਉਹ ਅਲੱਗ-ਅਲੱਗ ਹੁੰਦੀ ਹੈ। ਸਾਨੂੰ ਪਤਾ ਨਾ ਹਰੇਕ ਲਾਈਟ ਦੀ ਆਪਣੀ ਆਪਣੀ, ਹਰੇਕ ਕਲਰ ਦੀ ਆਪਣੀ ਆਪਣੀ ਵੈਲੋਸਿਟੀ, ਆਪਣੀ ਆਪਣੀ ਟੈਂਡੈਂਸੀ ਹੈ ਬੈਂਡ ਹੋਣ ਦੀ। ਸੋ ਇਸ ਕਰਕੇ ਉਸ ਕੇਸ ਨੂੰ ਆਪਾਂ ਕਹਿੰਦੇ ਹਾਂ ਕ੍ਰੋਮੈਟਿਕ ਐਬਰੇਸ਼ਨ, ਹੈ ਨਾ, ਉਹ ਵੀ ਇਹਦੇ ਵਿੱਚ ਹੋ ਜਾਂਦੀ ਹੈ ਫਿਰ। ਇਸ ਕਰਕੇ ਵੀ ਇਹ यूजफुल है। उस तो बाद है बेटा ਇਹਦੀ मैन्युफैक्चरिंग बहुत महंगी है। जे आप मिरर यूज़ करते ना, मिरर ਦੇ ਵਿੱਚ उन्ना ग्लास नहीं यूज़ ਹੁੰਦਾ जिन्ना ਲੈਂਸ 'ਚ यूज़ ਹੁੰਦਾ। ਲੈਂਸ ਦੇਖੋ ਵਿੱਚੋਂ ਵੀ ਮੋਟਾ ਹੁੰਦਾ, ਮਿਰਰ ਤਾਂ ਪਤਲਾ ਜਿਹਾ ਬਣ ਜਾਂਦਾ ਹੁੰਦਾ ਹੈ ਨਾ। ਸੋ ਇਸ ਕਰਕੇ ਇੱਕ ਇਹਦੀ ਮੈਨੂਫੈਕਚਰਿੰਗ ਜਿਹੜੀ ਹੈ ਮਹਿੰਗੀ ਪੈਂਦੀ ਹੈ, ਸਾਨੂੰ ਜ਼ਿਆਦਾ ਗਲਾਸ यूज़ ਕਰਨਾ ਪੈਂਦਾ ਹੈ। ਦੂਸਰਾ ਹੈ ਇਹਦਾ weight ਹੈਵੀ ਹੋ ਜਾਂਦਾ ਹੈ, ਜਿੰਨਾ ਜ਼ਿਆਦਾ ਗਲਾਸ यूज़ ਕਰੋਗੇ weight ਵੀ ਹੈਵੀ ਹੋ ਜਾਣਾ ਹੈ। ठीक है, इन्हां लिमिटेशंस नूं खत्म करन लई जिहड़ा साडे कोल दूसरे टाइप दा टैलीस्कोप बनाया गया है, दैट इज रिफ्लैक्टिंग टैलीस्कोप। ठीक है, रिफ्लैक्टिंग टैलीस्कोप के नोट्स मैं तुहानूं दे दित्ते बेटा, उह चों बहुत थोड़ा जिहा क्वेश्चन आना है, मतलब उह क्योंकि असीं मिरर दे नाल रिप्लेस कर दिंदे हां एक लैंस नूं, है ना, ते उह तुसीं थोड़ा जिहा इदां ही पढ़ लिओ, जे नहीं समझ लग्गिआ मैनूं पुछ लिओ बेटा। ठीक है, फिर मैं ਉਹਦੀ ਵੀਡੀਓ बनाऊंगी, क्योंकि बहुत ज़्यादा वास्ट नहीं है सिलेबस ਦੇ ਵਿੱਚ, मैं ਤੁਹਾਨੂੰ बहुत ज़्यादा नहीं करवाना चाहती, जिन्ना सिलेबस 'ਚ उन्ना करी जाओ। ठीक है राजे, चलो मैनूं उम्मीद है कि मेरे बच्चों को समझ आ गया होना है। तो नोट्स तो हुण मैनूं लगदा तुहानूं जरूरत भी नहीं कि मूहरे कापी रखनी, सिर्फ डायग्राम देखने लिए रखनी पैनी है ना बेटे। सो चलो कोई गल नहीं, डायग्राम देखने लिए ही रख लो, तो अपने नोट्स जिहड़े अच्छी तरह बनाई जाने सारिਆਂ ने। किसी नूं कोई प्रॉब्लम है तो मैनूं जरूर दसना है बेटे। थैंक यू वेरी मच।